ਗੁਰੂ ਜੀ ਦੀ ਸਾਜੀ ਨਵਾਜੀ। ਗੁਰੂ ਰੂਪ ਖਾਲਸਾ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਨੂੰ ਗੁਰਬਾਣੀ ਦੇ ਵਿੱਚ ਸੋਝੀ ਦਿੰਦੇ ਨੇ। ਸਾਨੂੰ ਮਹਾਰਾਜ ਗੁਰਬਾਣੀ ਦੇ ਵਿੱਚ ਇਹ ਗਿਆਨ ਦਿੰਦੇ ਨੇ ਕਿ ਤੁਸੀਂ ਇਸ ਸੰਸਾਰ ਦੇ ਉੱਪਰ ਆਏ ਹੋ, ਉਸ ਪਰਮਾਤਮਾ ਨੂੰ ਮਿਲਣ ਵਾਸਤੇ ਆਏ ਹੋ। ਉਸ ਪਰਮਾਤਮਾ ਨੇ ਤੁਹਾਨੂੰ ਇਹ ਮਨੁੱਖਾ ਜਨਮ ਇਸੇ ਕਰਕੇ ਦਿੱਤਾ ਹੈ ਕਿ ਅਸੀਂ ਉਸ ਮਾਲਕ ਦੇ ਨਾਲ ਮਿਲਾਪ ਕਰ ਸਕੀਏ। ਗੁਰਮੁਖੋ, ਅਸੀਂ ਮਾਲਕ ਨੂੰ ਮਿਲਣ ਵਾਸਤੇ ਇਸ ਸੰਸਾਰ ਦੇ ਵਿੱਚ ਆਏ ਹਾਂ, ਲੇਕਿਨ ਅਸੀਂ ਮਾਲਕ ਨੂੰ ਮਿਲਣਾ ਭੁੱਲ ਗਏ। ਸਾਨੂੰ ਇਸ ਸੰਸਾਰ 'ਤੇ ਆਉਂਦਿਆਂ ਸਾਰ ਹੀ ਇਹ ਪੰਜਾਂ ਚੋਰਾਂ ਨੇ ਸਾਨੂੰ ਮਾਲਕ ਦਾ ਭੇਦ ਜਿਹੜਾ ਸੀ ਉਹ ਭੁਲਾ ਦਿੱਤਾ, ਜੋ ਮਾਲਕ ਨੇ ਸਾਨੂੰ ਜਨਮ ਤੋਂ ਪਹਿਲਾਂ ਸਿਖਾਇਆ ਸੀ। ਕਿਉਂਕਿ ਮਹਾਰਾਜ ਗੁਰਬਾਣੀ ਵਿੱਚ ਫਰਮਾਨ ਕਰਦੇ ਨੇ ਕਿ ਮਰਨ ਲਿਖਾਏ ਮੰਡਲ ਮੇ ਆਏ, ਵੀ ਪਹਿਲਾਂ ਮਹਾਰਾਜ ਨੇ ਸਾਨੂੰ ਸਾਰਾ ਸਮਝਾਇਆ ਸੀ। ਜਨਮ ਦੇਣ ਤੋਂ ਪਹਿਲਾਂ ਮਹਾਰਾਜ ਨੇ ਕਿਹਾ ਕਿ ਜੋ ਜੋ ਤੁਹਾਡੇ ਨਾਲ ਉੱਥੇ ਜਾ ਕੇ ਹੋਣਾ ਹੈ ਉਹ ਸਾਰਾ ਕੁਝ ਸਾਨੂੰ ਪਹਿਲਾਂ ਸਮਝਾਇਆ ਸੀ। ਲੇਕਿਨ ਜਦੋਂ ਆਪਾਂ ਜਨਮ ਲਿਆ, ਉਸ ਤੋਂ ਬਾਅਦ ਇਹਨਾਂ ਪੰਜਾਂ ਚੋਰਾਂ ਨੇ ਸਾਨੂੰ ਸਾਰਾ ਕੁਝ ਭੁਲਾ ਦਿੱਤਾ। ਸਾਨੂੰ ਮਾਇਆ ਦੇ ਜਾਲ ਦੇ ਵਿੱਚ ਫਸਾ ਲਿਆ। ਗੁਰਮੁਖੋ, ਇਹ ਮਾਇਆ ਹੀ ਸਾਰਾ ਕੁਝ ਹੈ। ਇਹ ਸੰਸਾਰ ਮਾਇਆ ਦਾ ਬਣਿਆ ਹੋਇਆ ਹੈ ਅਤੇ ਮਹਾਰਾਜ ਕਹਿੰਦੇ ਇਹ ਮਾਇਆ ਤੋਂ ਤੁਸੀਂ ਬਚਣਾ ਹੈ। ਇਹ ਮਾਇਆ ਤੋਂ ਆਪਾਂ ਤਾਂ ਬਚ ਸਕਦੇ ਹਾਂ ਜੇ ਆਪਾਂ ਗੁਰੂ ਦੇ ਚਰਨੀ ਲੱਗਾਂਗੇ, ਜੇ ਅਸੀਂ ਉਸ ਸੱਚ ਨੂੰ ਜਾਣਾਂਗੇ ਜਿਸ ਸੱਚ ਨੇ ਇਹ ਖੇਲ ਰਚਾਇਆ ਹੈ। ਮਹਾਰਾਜ ਕਹਿੰਦੇ ਆਵਣ ਜਾਣ ਇੱਕ ਖੇਲ ਬਣਾਇਆ, ਆਗਿਆਕਾਰੀ ਕੀਨੀ ਮਾਇਆ। ਮਾਇਆ ਨੂੰ ਆਗਿਆ ਦਿੱਤੀ ਹੈ, ਅੱਗੇ ਕੀਤਾ ਹੈ ਮਾਇਆ ਨੂੰ ਇਸ ਸੰਸਾਰ ਦੇ ਵਿੱਚ, ਅਤੇ ਮਾਲਕ ਆਪ ਪਿੱਛੇ ਹੋ ਕੇ ਬੈਠ ਗਿਆ। ਮਾਲਕ ਸਾਡੇ ਅੰਦਰ ਹੀ ਹੈ, ਕਿਉਂਕਿ ਇਹ ਜਿਹੜਾ ਸਰੀਰ ਬਣਾਇਆ ਹੈ ਇਹ 10 ਦੁਆਰਿਆਂ ਦਾ ਬਣਾਇਆ ਹੈ। ਅਤੇ ਮਹਾਰਾਜ ਆਪਾਂ ਨੂੰ ਗੁਰਬਾਣੀ ਵਿੱਚ ਸੋਝੀ ਦਿੰਦੇ ਆ ਕਿ ਮਾਲਕ ਨੇ ਜਦੋਂ ਇਹ ਸਰੀਰ ਬਣਾਇਆ, ਉਹਨੇ 9 ਦੁਆਰੇ ਜਿਹੜੇ ਸਾਡੇ ਸੀ ਉਹ ਪ੍ਰਗਟ ਕਰ ਦਿੱਤੇ ਅਤੇ 10ਵੇਂ ਦੇ ਵਿੱਚ ਆਪ ਬਹਿ ਗਿਆ ਅਤੇ ਉਹਨੂੰ ਅੰਦਰੋਂ ਬੰਦ ਕਰ ਲਿਆ। ਗੁਰਮੁਖ ਪਿਆਰਿਓ, ਇਹ ਜਿਹੜਾ ਸਾਡਾ 10ਵਾਂ ਦੁਆਰਾ ਹੈ ਉਹ ਅੰਦਰੋਂ ਬੰਦ ਹੈ। ਇਸ ਕਰਕੇ ਸਾਨੂੰ ਖੋਲ੍ਹਣ ਦੀ ਇਹ ਜੁਗਤੀ ਨਹੀਂ ਪਤਾ, ਇਹ ਤਰੀਕਾ ਨਹੀਂ ਪਤਾ ਸਾਨੂੰ ਆਪਾਂ ਕਿਵੇਂ ਖੋਲ੍ਹਣਾ ਹੈ। ਆਪਾਂ 9 ਦਰਵਾਜ਼ਿਆਂ ਨੂੰ ਖੋਲ੍ਹੇ ਹੈ, ਆਪਾਂ ਉਹਨਾਂ ਦੇ ਵਿੱਚ ਹੀ ਸਾਰੀ ਉਮਰ ਫਿਰਦੇ ਰਹਿੰਦੇ ਹਾਂ। ਆਪਾਂ ਕਿਤੇ 10ਵੇਂ ਦੁਆਰ 'ਤੇ ਗਏ ਨਹੀਂ, 10ਵੇਂ ਘਰ ਦੇ ਵਿੱਚ ਗਏ ਨਹੀਂ ਜਿੱਥੇ ਸਾਡਾ ਮਾਲਕ ਬੈਠਾ ਹੋਇਆ ਹੈ। ਅਤੇ ਗੁਰਮੁਖ ਪਿਆਰਿਓ, ਇਹ ਸੋਚਣ ਵਾਲੀ ਗੱਲ ਹੈ, ਇੱਕ ਘਰ ਦੇ ਵਿੱਚ 2 ਪਿਓ ਪੁੱਤ ਰਹਿੰਦੇ ਹੋਏ ਫਿਰ ਵੀ ਜਿਹੜਾ ਪੁੱਤ ਹੈ ਕਦੇ ਪਿਓ ਦੇ ਮੱਥੇ ਨਹੀਂ ਲੱਗਿਆ। ਇਹ ਬਹੁਤ ਸੋਚਣ ਵਾਲੀ ਗੱਲ ਹੈ ਕਿ ਇੱਕ ਘਰ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਇੱਕ ਦੂਜੇ ਦੇ ਮੱਥੇ ਨਹੀਂ ਲੱਗੇ। ਕਿਉਂ ਨਹੀਂ ਲੱਗੇ? ਕਿਉਂਕਿ ਸਾਨੂੰ ਇਹਨਾਂ ਪੰਜਾਂ ਚੋਰਾਂ ਨੇ ਉਹ ਰਸਤਾ ਭੁਲਾ ਦਿੱਤਾ, ਉਹ ਘਰ ਦਰ ਦਾ ਭੇਦ ਸਾਨੂੰ ਭੁਲਾ ਦਿੱਤਾ ਜਿਸ ਦਰ ਦੇ ਉੱਪਰ ਆਪਾਂ ਜਾਣਾ ਸੀ। ਇਸ ਕਰਕੇ ਮਹਾਰਾਜ ਆਪਾਂ ਨੂੰ ਗੁਰਬਾਣੀ ਵਿੱਚ ਕਹਿੰਦੇ ਆ, ਮਹਾਰਾਜ ਕਹਿੰਦੇ 9 ਦੁਆਰੇ ਪ੍ਰਗਟ ਕੀਏ, 10ਵਾਂ ਗੁਪਤ ਰਖਾਇਆ। ਵੀ ਸਾਡੇ 9 ਜਿਹੜੇ ਦਰਵਾਜ਼ੇ ਆ ਉਹ ਤੇ ਮਹਾਰਾਜ ਨੇ ਪ੍ਰਗਟ ਕਰ ਦਿੱਤੇ, ਜਿਨ੍ਹਾਂ ਵਿੱਚ ਆਪਾਂ ਵਿਚਰਦੇ ਹਾਂ। ਅਤੇ ਜਿਹੜਾ 10ਵਾਂ ਦੁਆਰ ਹੈ ਉਹ ਮਹਾਰਾਜ ਉਹਦੇ ਵਿੱਚ ਆਪ ਬੈਠ ਕੇ ਅੰਦਰੋਂ ਬੰਦ ਕਰ ਲਿਆ। ਇਹ ਗੁਰਮੁਖੋ, ਸੰਸਾਰ ਦੇ ਉੱਪਰ ਆਇਆ ਹੋਇਆ ਸਾਡੇ ਜੀਵਾਂ ਦਾ ਆਉਣਾ ਇੱਕ ਖੇਲ ਮਹਾਰਾਜ ਨੇ ਬਣਾਇਆ ਕਿ ਦੇਖੀਏ ਇਹ ਜੀਵ ਜਿਹੜੇ ਹੈ ਮੈਨੂੰ ਲੱਭ ਸਕਦੇ ਆ ਕਿ ਨਹੀਂ ਲੱਭ ਸਕਦੇ। ਲੇਕਿਨ ਸਾਨੂੰ ਇਸ ਚੀਜ਼ ਦਾ ਗਿਆਨ ਨਾ ਹੋਣ ਕਰਕੇ ਅਸੀਂ ਇਹਨਾਂ 9 ਦਰਾਂ ਦੇ ਵਿੱਚ ਹੀ ਆਪਣੀ ਸਾਰੀ ਜ਼ਿੰਦਗੀ ਬਤੀਤ ਕਰਕੇ ਚਲੇ ਜਾਂਦੇ ਹਾਂ। ਇਹਨਾਂ 9 ਦਰਵਾਜ਼ਿਆਂ ਦੇ ਵਿੱਚ ਹੀ ਆਪਾਂ ਸਾਰੀ ਉਮਰ ਭਟਕਦੇ ਰਹਿੰਦੇ ਹਾਂ। 10ਵੇਂ ਘਰ ਦਾ ਸਾਨੂੰ ਪਤਾ ਨਹੀਂ ਚੱਲਦਾ। ਅਤੇ ਮਹਾਰਾਜ ਆਪਾਂ ਨੂੰ 10ਵੇਂ ਘਰ ਦੀ ਸੋਝੀ ਦਿੰਦੇ ਨੇ ਗੁਰਬਾਣੀ ਦੇ ਵਿੱਚ। ਮਹਾਰਾਜ ਕਹਿੰਦੇ ਜੇ ਤੂੰ 10ਵੇਂ ਦੁਆਰ 'ਤੇ ਜਾਏਗਾ ਤਾਂ ਤੈਨੂੰ ਉੱਥੋਂ ਤੇ ਨਿਸ਼ਾਨੀ ਵੀ ਮਿਲੇਗੀ। ਉੱਥੇ ਕੀ ਨਿਸ਼ਾਨੀ ਹੈ ਗੁਰਮੁਖੋ? ਆਪਾਂ ਨੂੰ ਗੁਰਬਾਣੀ ਵਿੱਚ ਮਾਲਕ ਨੇ ਸੋਝੀ ਦਿੱਤੀ ਹੈ 10ਵੇਂ ਘਰ ਦੀ ਕੀ ਨਿਸ਼ਾਨੀ ਹੈ। ਮਹਾਰਾਜ ਕਹਿੰਦੇ
ਨੌ ਦਰ ਠਾਕੇ ਧਾਵਤ ਰਹਾਏ, ਦਸਵੇਂ ਨਿਜ ਘਰ ਬਾਸਾ ਪਾਏ। ਉੱਥੇ ਅਨਹਦ ਸ਼ਬਦ ਬਜੇ ਦਿਨ ਰਾਤੀ, ਗੁਰਮਤੀ ਸ਼ਬਦ ਸੁਣਾਵਣਿਆ। ਮਹਾਰਾਜ ਕਹਿੰਦੇ ਜਦੋਂ ਤੂੰ ਇਹ 9 ਦਰਵਾਜ਼ਿਆਂ ਦੇ ਉੱਪਰ ਉੱਠ ਜਾਏਗਾ, ਜਦੋਂ ਇਹ 9 ਦਰਵਾਜ਼ੇ ਛੱਡ ਦੇਗਾ, ਜਦੋਂ ਤੂੰ 10ਵੇਂ ਘਰ ਦੇ ਵਿੱਚ ਜਾਏਗਾ, 10ਵੇਂ ਦਰ ਦੇ ਉੱਪਰ ਜਾਏਗਾ ਜਿੱਥੇ ਉਹ ਮਾਲਕ ਬੈਠਾ ਹੈ, ਉੱਥੇ ਮਹਾਰਾਜ ਕਹਿੰਦੇ ਫਿਰ ਅਨਹਦ ਸ਼ਬਦ ਦਿਨ ਤੇ ਰਾਤ ਉਹ ਵੱਜ ਰਹੇ ਨੇ। ਉਹ ਮਾਲਕ ਦੀ ਆਵਾਜ਼ ਜਿਹੜੀ ਹੈ 10ਵੇਂ ਘਰ ਦੇ ਵਿੱਚ ਵੱਜ ਰਹੀ ਹੈ। ਗੁਰਮੁਖੋ, ਉਸ ਦਰ ਦੇ ਉੱਪਰ ਅਸੀਂ ਪਹੁੰਚਣਾ ਸੀ, ਫਿਰ ਸਾਡਾ ਮਾਲਕ ਦੇ ਨਾਲ ਮਿਲਾਪ ਹੋਣਾ ਸੀ। ਲੇਕਿਨ ਅਸੀਂ ਇਹਨਾਂ 9 ਦਰਵਾਜ਼ਿਆਂ ਤੋਂ ਉੱਪਰ ਨਹੀਂ ਉੱਠ ਸਕੇ। ਸਾਰੀ ਜ਼ਿੰਦਗੀ ਆਪਾਂ ਨੇ ਇਹਨਾਂ 9 ਦਰਵਾਜ਼ਿਆਂ ਦੇ ਵਿੱਚ ਹੀ ਕੱਢ ਛੜੀ। 10ਵੇਂ ਦਰ ਦਾ ਸਾਨੂੰ ਪਤਾ ਨਹੀਂ ਚੱਲਿਆ, ਉਸ ਦਾ ਭੇਦ ਨਹੀਂ ਸਾਨੂੰ ਆਇਆ ਕਿ ਅਸੀਂ 10ਵੇਂ ਦਰ ਦੇ ਉੱਪਰ ਜਾਣਾ ਕਿਵੇਂ ਹੈ। ਤੇ ਗੁਰਮੁਖ ਪਿਆਰਿਓ, ਇਹ ਮਹਾਰਾਜ ਆਪਾਂ ਨੂੰ ਸੋਝੀ ਦਿੰਦੇ ਆ ਕਿ ਤੁਹਾਡਾ ਜਿਹੜਾ ਅਸਲੀ ਘਰ ਸੀ ਉਹ 10ਵਾਂ ਦਵਾਰ ਸੀ। 10ਵੇਂ ਦਵਾਰ ਦੇ ਵਿੱਚ ਤੁਸੀਂ ਜਾ ਕੇ ਉਸ ਮਾਲਕ ਨੂੰ ਮਿਲਣਾ ਸੀ। ਤੇ ਗੁਰਮੁਖੋ, ਜਿੰਨਾ ਚਿਰ ਅਸੀਂ 10ਵੇਂ ਦਵਾਰ ਤੇ ਨਹੀਂ ਪੁੱਜਦੇ, ਉਹਨਾਂ ਚਿਰ ਅਸੀਂ ਮਾਲਕ ਨੂੰ ਨਹੀਂ ਮਿਲ ਸਕਦੇ। ਤੇ 10ਵੇਂ ਘਰ ਦੇ ਵਿੱਚ ਜਾਣ ਵਾਸਤੇ, 10ਵੇਂ ਦਰ ਦੇ ਉੱਪਰ ਜਾਣ ਵਾਸਤੇ ਸਾਨੂੰ ਇਹਨਾਂ 9 ਦਰਵਾਜ਼ਿਆਂ ਨੂੰ ਛੱਡਣਾ ਪਵੇਗਾ। ਜੇ ਅਸੀਂ 9 ਦਰਵਾਜ਼ਿਆਂ ਨੂੰ ਛੱਡਦੇ ਨਹੀਂ ਤੇ ਗੁਰਮੁਖੋ ਅਸੀਂ ਫਿਰ 10ਵੇਂ ਘਰ ਦੇ ਵਿੱਚ ਵੀ ਨਹੀਂ ਜਾ ਸਕਦੇ। ਸਾਨੂੰ ਮਹਾਰਾਜ ਨੇ ਕਿਹਾ ਕਿ ਤੁਸੀਂ ਇਸ ਸੰਸਾਰ ਦੇ ਉੱਪਰ ਜੇ ਆਏ ਹੋ, ਉਸ ਮਾਲਕ ਦੀ ਪ੍ਰਾਪਤੀ ਕਰਨ ਵਾਸਤੇ ਆਏ ਹੋ, ਜਿਸ ਨੂੰ ਆਪਾਂ ਰੋਜ਼ ਪੜ੍ਹਦੇ ਹਾਂ। ਮਹਾਰਾਜ ਆਪਾਂ ਨੂੰ ਰਹਿਰਾਸ ਸਾਹਿਬ ਵਿੱਚ ਬਚਨ ਕਰਦੇ ਨੇ। ਮਹਾਰਾਜ ਕਹਿੰਦੇ, ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਵਰੀਆ। ਮਹਾਰਾਜ ਕਹਿੰਦੇ ਉਸ ਗੋਬਿੰਦ ਨੂੰ ਮਿਲਣ ਲਈ ਇਹ ਤੇਰੀ ਬਾਰੀ ਤੈਨੂੰ ਮਿਲੀ ਸੀ, ਲੇਕਿਨ ਤੂੰ ਆਪਣੀ ਬਾਰੀ ਨੂੰ ਸਮਝ ਨਹੀਂ ਸਕਿਆ। ਆਪਣੀ ਬਾਰੀ ਨੂੰ ਤੂੰ ਸਮਝ ਨਾ ਸਕਿਆ, ਇਸ ਕਰਕੇ ਤੂੰ ਇਹਨਾਂ 9 ਦਰਾਂ ਦੇ ਉੱਪਰ ਹੀ ਭਟਕਦਾ ਰਿਹਾ। ਇਹਨਾਂ 9 ਦਰਵਾਜ਼ਿਆਂ ਤੋਂ ਉੱਪਰ ਉੱਠਣ ਦੀ ਤੈਨੂੰ ਜੁਗਤੀ ਵਿਧੀ ਨਹੀਂ ਆਈ, ਕਿਉਂਕਿ ਗੁਰਮੁਖੋ ਅਸੀਂ ਇਸ ਪਰਮਾਤਮਾ ਦੇ ਰਸਤੇ ਦੇ ਉੱਪਰ ਚੱਲਣ ਵਾਸਤੇ ਅਸੀਂ ਕਿਤੋਂ ਪ੍ਰੇਰਨਾ ਨਹੀਂ ਲੈਂਦੇ। ਆਪਾਂ ਨੂੰ ਇਹ ਖੇਲ ਸਿੱਖਣਾ ਪਏਗਾ, ਫਿਰ ਆਪਾਂ ਉਸ ਮਾਲਕ ਤੱਕ ਪਹੁੰਚ ਸਕਦੇ ਹਾਂ। ਜੇ ਆਪਾਂ ਇਹ ਖੇਲ ਨਹੀਂ ਸਿੱਖਦੇ, ਅਸੀਂ ਫਿਰ ਉਸ ਮਾਲਕ ਤੱਕ ਵੀ ਨਹੀਂ ਪਹੁੰਚ ਸਕਦੇ। ਕਿਉਂਕਿ ਗੁਰਮੁਖੋ, ਇਹ ਦਾਸ ਨਹੀਂ ਕਹਿ ਰਿਹਾ, ਇਹ ਆਪਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੱਸਦੇ ਨੇ ਕਿ ਜਿੰਨਾ ਚਿਰ ਤੁਸੀਂ ਉਸ ਮਾਲਕ ਨੂੰ ਮਿਲਣ ਦਾ ਤਰੀਕਾ ਨਹੀਂ ਸਿੱਖਦੇ, ਉਹਨਾਂ ਚਿਰ ਤੁਸੀਂ ਉਸ ਮਾਲਕ ਤੱਕ ਪਹੁੰਚ ਨਹੀਂ ਸਕਦੇ। ਮਹਾਰਾਜ ਆਪਾਂ ਨੂੰ ਗੁਰਬਾਣੀ ਵਿੱਚ ਕਹਿੰਦੇ ਨੇ, ਸੱਚ ਤਾਂ ਪਰ ਜਾਣੀਏ ਜੇ ਜੁਗਤ ਜਾਣੇ ਜੀਓ। ਮਹਾਰਾਜ ਕਹਿੰਦੇ ਉਸ ਸੱਚ ਨੂੰ ਜਾਣਨਾ ਚਾਹੁੰਦੇ ਹੋ, ਪਹਿਲਾਂ ਉਹ ਜੁਗਤੀ ਨੂੰ ਸਿੱਖੋ, ਉਸ ਵਿਧੀ ਨੂੰ ਸਿੱਖੋ ਜਿਸ ਵਿਧੀ ਕਰਕੇ ਉਸ ਮਾਲਕ ਨੂੰ ਮਿਲਿਆ ਜਾ ਸਕਦਾ ਹੈ। ਤੇ ਗੁਰਮੁਖ ਪਿਆਰਿਓ, ਅਸੀਂ ਵਿਧੀ ਕਦੇ ਸਿੱਖੀ ਨਹੀਂ, ਅਸੀਂ ਉਹ ਤਰੀਕਾ ਕਦੇ ਨਹੀਂ ਸਿੱਖਿਆ ਜਿਸ ਤਰੀਕੇ ਦੇ ਨਾਲ ਉਸ ਮਾਲਕ ਨੂੰ ਮਿਲਿਆ ਜਾ ਸਕਦਾ ਹੈ। ਅਸੀਂ ਤੇ ਸਾਰੇ ਜੀਵ ਇਹ ਕਰਨੇ ਆ ਕਿ ਸਵੇਰੇ ਉੱਠ ਕੇ ਪਾਠ ਕਰ ਲਿਆ, ਸ਼ਾਮੀ ਪਾਠ ਕਰ ਲਿਆ, ਤੇ ਬਸ ਆਪਣਾ ਜਿਹੜਾ ਹੈ ਉਹ ਹਿਸਾਬ ਕਿਤਾਬ ਪੂਰਾ ਹੋ ਗਿਆ। ਤੇ ਫਿਰ ਪਿੱਛੋਂ ਅਸੀਂ ਆਸ ਲਾ ਲੈਂਦੇ ਹਾਂ ਕਿ ਮੈਂ ਅੱਜ ਪਾਠ ਕੀਤਾ ਹੈ ਤੇ ਮੈਨੂੰ ਇਹ ਚੀਜ਼ ਮਿਲ ਜਾਏ, ਮੇਰਾ ਕੋਈ ਘਰ-ਬਾਰ ਚੰਗਾ ਬਣ ਜਾਏ, ਮੇਰਾ ਕੋਈ ਕਾਰੋਬਾਰ ਚੰਗਾ ਬਣ ਜਾਏ। ਲੇਕਿਨ ਮਹਾਰਾਜ ਨੇ ਸਾਨੂੰ ਇਹ ਦੱਸ ਦਿੱਤਾ ਕਿ ਇਹ ਸੰਸਾਰ ਜਿਹੜਾ ਹੈ ਕਾਲ ਦੇ ਵੱਸ ਹੈ। ਮਾਲਕ ਨੇ ਆਪਣੇ ਹੱਥ ਵਿੱਚ ਕੁਝ ਨਹੀਂ ਰੱਖਿਆ, ਸਾਰਾ ਕੁਝ ਕਾਲ ਨੂੰ ਸੌਂਪ ਦਿੱਤਾ ਹੈ। ਤੇ ਗੁਰਮੁਖੋ, ਜੋ ਵੀ ਅਸੀਂ ਮੰਗਦੇ ਹਾਂ ਦੁਨਿਆਵੀ ਚੀਜ਼ਾਂ, ਉਹ ਆਪਾਂ ਅਕਾਲ ਪੁਰਖ ਕੋ ਨਹੀਂ ਮੰਗਦੇ, ਉਹ ਆਪਾਂ ਨਿਰੰਕਾਰ ਕੋ ਨਹੀਂ ਮੰਗਦੇ, ਅਸੀਂ ਕਾਲ ਕੋ ਮੰਗਦੇ ਹਾਂ। ਕਿਉਂਕਿ ਮਹਾਰਾਜ ਨੇ ਕਿਹਾ ਕਿ ਇਹ ਸਾਰਾ ਕੁਝ ਕਾਲ ਦੇ ਵੱਸ ਵਿੱਚ ਹੈ। ਮਹਾਰਾਜ ਆਪਾਂ ਨੂੰ ਗੁਰਬਾਣੀ ਵਿੱਚ ਫਰਮਾਨ ਕਰਦੇ ਨੇ, ਖੰਡ ਪਤਾਲ ਦੀਪ ਸਭ ਲੋਆ, ਕਾਲੇ ਵਸ ਆਪ ਪ੍ਰਭ ਕੀਆ।
ਮਹਾਰਾਜ ਕਹਿੰਦੇ ਵੀ ਇਹ ਕਾਲ ਦੇ ਵਸ ਉਸ ਮਾਲਕ ਨੇ ਆਪ ਕੀਤਾ ਹੈ। ਇਹ ਕਾਲ ਨੂੰ ਇਹ ਸਾਰਾ ਕੁਝ ਆਪ ਸੌਂਪਿਆ ਮਾਲਕ ਨੇ ਕਿ ਇਹ ਜਿੰਨੇ ਵੀ ਮੇਰੇ ਧੀਆਂ ਪੁੱਤਰ ਆਏ ਨੇ ਇਸ ਸੰਸਾਰ ਦੇ ਉੱਪਰ, ਇਹਨਾਂ ਨੂੰ ਕਿਸੇ ਚੀਜ਼ ਦੀ ਥੋੜ ਨਹੀਂ ਆਉਣੀ ਚਾਹੀਦੀ ਅਤੇ ਮੇਰਾ ਚੇਤਾ ਵੀ ਨਹੀਂ ਆਉਣਾ ਚਾਹੀਦਾ। ਇਸ ਕਰਕੇ ਗੁਰਮੁਖੋ ਅਸੀਂ ਕਾਲ ਦੇ ਜਾਲ ਵਿੱਚ ਫਸੇ ਹੋਏ ਹਾਂ। ਇਸ ਕਰਕੇ ਸਾਨੂੰ ਮਾਲਕ ਦਾ ਚੇਤਾ ਜਿਹੜਾ ਹੈ ਉਹ ਭੁੱਲ ਜਾਂਦਾ ਹੈ। ਮਾਲਕ ਸਾਨੂੰ ਵਿਸਰ ਜਾਂਦਾ ਹੈ। ਅਸੀਂ ਆਪਣੀਆਂ ਹੀ ਖੁਸ਼ੀਆਂ ਦੇ ਵਿੱਚ ਸਾਰੀ ਜ਼ਿੰਦਗੀ ਬਤੀਤ ਕਰ ਜਾਂਦੇ ਹਾਂ। ਮਾਲਕ ਦਾ ਸਾਨੂੰ ਭੇਦ ਨਹੀਂ ਆਉਂਦਾ। ਉਸ ਮਾਲਕ ਦਾ ਸਾਨੂੰ ਭੇਦ ਨਹੀਂ ਜਿਸ ਮਾਲਕ ਨੇ ਸਾਨੂੰ ਇਸ ਸੰਸਾਰ ਦੇ ਉੱਪਰ ਭੇਜਿਆ ਹੈ। ਉਸ ਮਾਲਕ ਨੇ ਸਾਨੂੰ ਖੇਲ ਖੇਲਣ ਵਾਸਤੇ ਇਸ ਸੰਸਾਰ ਦੇ ਵਿੱਚ ਭੇਜਿਆ ਸੀ, ਲੇਕਿਨ ਅਸੀਂ ਖੇਲ 'ਤੇ ਕੀ ਖੇਡਣਾ ਸੀ, ਅਸੀਂ ਉਹ ਖੇਲ ਸਾਰਾ ਭੁੱਲ ਹੀ ਗਏ। ਅਸੀਂ ਉਸ ਮਾਲਕ ਨੂੰ ਵੀ ਭੁਲਾ ਦਿੱਤਾ ਜਿਸ ਮਾਲਕ ਨੇ ਸਾਨੂੰ ਖੇਲ ਖੇਲਣ ਵਾਸਤੇ ਇਸ ਸੰਸਾਰ ਦੇ ਉੱਪਰ ਭੇਜਿਆ ਸੀ। ਅਤੇ ਗੁਰਮੁਖ ਪਿਆਰਿਓ, ਆਪਣਾ ਜੀਵਨ ਇਹ ਆਪਾਂ ਨੂੰ ਇਸੇ ਕਰਕੇ ਹੀ ਮਿਲਿਆ ਹੈ ਕਿ ਅਸੀਂ ਉਸ ਮਾਲਕ ਤੱਕ ਕਿਵੇਂ ਪਹੁੰਚਣਾ ਹੈ। ਆਪਾਂ ਨੂੰ ਮਹਾਰਾਜ ਨੇ ਗੁਰਬਾਣੀ ਵਿੱਚ ਦੱਸ ਦਿੱਤਾ ਹੈ ਕਿ ਪਹਿਲੇ ਤੁਸੀਂ ਉਹ ਜੁਗਤੀ ਵਿਧੀ ਸਿੱਖੋ, ਉਸ ਮਾਲਕ ਨੂੰ ਮਿਲਣ ਦਾ ਤਰੀਕਾ ਸਿੱਖੋ ਜਿਸ ਮਾਲਕ ਨੇ ਤੁਹਾਨੂੰ ਇਸ ਸੰਸਾਰ ਦੇ ਉੱਪਰ ਭੇਜਿਆ ਹੈ। ਜਿਸ ਮਾਲਕ ਨੇ ਸਾਨੂੰ ਇਸ ਸੰਸਾਰ ਦੇ ਉੱਪਰ ਭੇਜਿਆ ਹੈ, ਉਸ ਮਾਲਕ ਨੂੰ ਮਿਲਣ ਦੀ ਵਿਧੀ, ਉਸ ਮਾਲਕ ਨੂੰ ਮਿਲਣ ਦਾ ਤਰੀਕਾ ਜਿਹੜਾ ਹੈ ਉਹ ਸਾਧੂ ਸੰਤਾਂ ਦੇ ਕੋਲ ਹੈ। ਜਿੰਨਾ ਚਿਰ ਅਸੀਂ ਕਿਸੇ ਸਾਧੂ ਸੰਤ ਦੀ ਸੰਗਤ ਨਹੀਂ ਕਰਦੇ ਅਤੇ ਮਹਾਰਾਜ ਕਹਿੰਦੇ ਉਹਨਾਂ ਚਿਰ ਤੁਹਾਨੂੰ ਉਸ ਮਾਲਕ ਨੂੰ ਮਿਲਣ ਦਾ ਤਰੀਕਾ ਨਹੀਂ ਆ ਸਕਦਾ। ਕਿਉਂਕਿ ਸਾਧੂ ਦੇ ਪਾਸ ਹੀ ਸਾਰਾ ਕੁਝ ਹੈ ਖਜ਼ਾਨਾ। ਕਿਉਂਕਿ ਸਾਧੂ ਆਪ ਮਿਲਿਆ ਹੋਇਆ ਹੈ, ਇਸ ਕਰਕੇ ਸਾਨੂੰ ਵੀ ਉਹ ਮਾਲਕ ਦੇ ਨਾਲ ਮਿਲਾ ਸਕਦਾ ਹੈ। ਜਿਸ ਤਰੀਕੇ ਦੇ ਨਾਲ ਉਹ ਮਿਲਿਆ ਹੈ, ਸਾਨੂੰ ਉਸੇ ਤਰੀਕੇ ਦੇ ਨਾਲ ਉਹ ਮਿਲਾ ਸਕਦਾ ਹੈ। ਅਤੇ ਗੁਰਮੁਖ ਪਿਆਰਿਓ, ਅਸੀਂ ਇਹ ਕਰਮ ਨੂੰ ਅਸੀਂ ਇਸ ਹਿਸਾਬ ਨਾਲ ਕਰਦੇ ਹਾਂ ਕਿ ਫਾਰਮੈਲਿਟੀ ਪੂਰੀ ਕਰਦੇ ਹਾਂ। ਜੇ ਕੋਈ ਨਿਤਨੇਮ ਕਰਦਾ ਹੈ, ਉਹ ਵੀ ਫਾਰਮੈਲਿਟੀ ਪੂਰੀ ਕਰਦਾ ਹੈ ਕਿ ਮੈਂ ਪਾਠ ਕਰਨਾ ਸੀ, ਕਰ ਲਿਆ, ਕੁਝ ਪ੍ਰਾਪਤੀ ਹੋਈ ਹੈ ਜਾਂ ਕੁਝ ਜ਼ਿੰਦਗੀ ਬਦਲੀ ਹੈ ਕਿ ਨਹੀਂ ਬਦਲੀ, ਇਸ ਦੇ ਉੱਪਰ ਕੋਈ ਧਿਆਨ ਨਹੀਂ ਹੈ। ਅਸੀਂ ਬਸ ਇਹ ਸੋਚਦੇ ਹਾਂ ਕਿ ਸਾਡੀ ਡਿਊਟੀ ਹੈ ਪਾਠ ਕਰਨ ਦੀ, ਆਪਾਂ ਪਾਠ ਕਰਨਾ ਹੈ। ਅਤੇ ਗੁਰਮੁਖ ਪਿਆਰਿਓ, ਇਹ ਮਹਾਰਾਜ ਆਪਾਂ ਨੂੰ ਗੁਰਬਾਣੀ ਦੇ ਵਿੱਚ ਗਿਆਨ ਦਿੰਦੇ ਆ ਕਿ ਜੇ ਤੂੰ ਇਸ ਰਸਤੇ ਦੇ ਉੱਪਰ ਤੁਰਿਆ ਹੈ, ਤੂੰ ਆਪਣੀ ਅਵਸਥਾ ਨੂੰ ਗੁਰਬਾਣੀ ਦੇ ਮੁਤਾਬਕ ਮਿਲਾ ਕੇ ਦੇਖਣਾ ਹੈ। ਵੀ ਆਪਣੀ ਅਵਸਥਾ ਨੂੰ ਤੂੰ ਗੁਰਬਾਣੀ ਦੇ ਨਾਲ ਮਿਲਾ ਕੇ ਦੇਖ ਵੀ ਮੈਂ ਕਿਸ ਥਾਂ 'ਤੇ ਪਹੁੰਚਿਆ ਹਾਂ। ਅਤੇ ਮਹਾਰਾਜ ਆਪਾਂ ਨੂੰ ਰਹਿਰਾਸ ਸਾਹਿਬ ਦੇ ਵਿੱਚ ਬਚਨ ਕਰਦੇ ਨੇ। ਮਹਾਰਾਜ ਕਹਿੰਦੇ ਨੇ ਕਿ ਜਦੋਂ ਤੁਸੀਂ ਇਸ ਸੰਸਾਰ ਦੇ ਉੱਪਰ ਆਏ ਹੋ, ਉਸ ਮਾਲਕ ਦੇ ਰਸਤੇ ਦੇ ਉੱਪਰ ਤੁਰੇ ਹੋ, ਅਤੇ ਫਿਰ ਤੁਹਾਨੂੰ ਰਾਹ ਦੇ ਵਿੱਚ ਜਿਹੜੀ ਤੁਸੀਂ ਰਸਤਾ ਤੈਅ ਕੀਤਾ ਹੈ, ਉਸ ਦੇ ਵਿੱਚ ਜੋ ਨਿਸ਼ਾਨੀਆਂ ਆਉਣੀਆਂ ਹੈ, ਉਹ ਨਿਸ਼ਾਨੀਆਂ ਕੀ ਨੇ? ਜੀ ਉਹ ਨਿਸ਼ਾਨੀਆਂ ਤੁਹਾਨੂੰ ਪ੍ਰਗਟ ਹੋਈਆਂ ਨੇ ਅਤੇ ਫਿਰ ਤੁਸੀਂ ਇਸ ਰਸਤੇ ਦੇ ਉੱਪਰ ਤੁਰ ਰਹੇ ਹੋ। ਜੇ ਤੁਹਾਨੂੰ ਉਹ ਨਿਸ਼ਾਨੀਆਂ ਪ੍ਰਗਟ ਨਹੀਂ ਹੋਈਆਂ ਅਤੇ ਗੁਰਮੁਖੋ ਫਿਰ ਮਾਫ਼ ਕਰਨਾ, ਫਿਰ ਜਿੱਥੇ ਤੁਰੇ ਸੀ ਫਿਰ ਉੱਥੇ ਦੇ ਉੱਥੇ ਖਲੋਤੇ ਹੋ। ਫਿਰ ਆਪਾਂ ਗਾਹ ਨਹੀਂ ਵਧੇ, ਆਪਾਂ ਇਸ ਰਸਤੇ 'ਤੇ ਤੁਰੇ ਨਹੀਂ। ਅਸੀਂ ਬਸ ਇੱਕ ਕਰਮ ਕਾਂਡ ਦੇ ਵਿੱਚ ਫਸ ਗਏ ਕਿ ਅਸੀਂ ਪਾਠ ਕਰਨਾ ਸੀ, ਕਰ ਲਿਆ, ਸਾਡੀ ਇਹੋ ਡਿਊਟੀ ਹੈ ਬਸ। ਲੇਕਿਨ ਮਹਾਰਾਜ ਕਹਿੰਦੇ ਤੁਸੀਂ ਆਪਣੀ ਅਵਸਥਾ ਨੂੰ ਗੁਰਬਾਣੀ ਦੇ ਨਾਲ ਮਿਲਾਓ, ਕਿਉਂਕਿ ਗੁਰਬਾਣੀ ਗੁਰੂ ਸਾਨੂੰ ਗਿਆਨ ਦਿੰਦੇ ਆ ਕਿ ਜੇ ਤੁਸੀਂ ਇਸ ਰਸਤੇ ਦੇ ਉੱਪਰ ਚੱਲੇ ਹੋ ਤਾਂ ਆਪਣੀ ਅਵਸਥਾ ਨੂੰ ਮਿਲਾ ਕੇ ਦੇਖੋ। ਮਹਾਰਾਜ ਆਪਾਂ ਨੂੰ ਗੁਰਬਾਣੀ ਵਿੱਚ ਗਿਆਨ ਦਿੰਦੇ ਆ। ਮਹਾਰਾਜ ਕਹਿੰਦੇ ਜਿਨ ਹਰ ਰਸ ਨਾਮ ਨਾ ਪਾਇਆ, ਵੀ ਜਿਨ੍ਹਾਂ ਜੀਵਾਂ ਨੇ ਉਹ ਹਰੀ ਦਾ ਰਸ ਅਤੇ ਉਸ ਮਾਲਕ ਦਾ ਨਾਮ ਨਹੀਂ ਪਾਇਆ, ਉਹਨਾਂ ਨੂੰ ਮਹਾਰਾਜ ਕਹਿੰਦੇ ਕਿ ਉਹ ਕੌਣ ਨੇ ਅਤੇ ਜਦੋਂ ਮਰਨਗੇ ਤਾਂ ਉਹ ਕਿੱਥੇ ਜਾਣਗੇ। ਫਿਰ ਮਹਾਰਾਜ ਆਪਾਂ ਨੂੰ ਗੁਰਬਾਣੀ ਵਿੱਚ ਗਿਆਨ ਦਿੰਦੇ ਆ ਕਿ ਜਿਨ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ।
ਮਹਾਰਾਜ ਕਹਿੰਦੇ ਉਹ ਭਾਗਾਂ ਤੋਂ ਹੀਣੇ ਆ, ਤੇ ਜਦੋਂ ਇਹ ਸਰੀਰ ਛੱਡ ਕੇ ਜਾਣਗੇ ਤੇ ਜਮਾਂ ਦੇ ਪਾਸ ਜਾਣਗੇ। ਤੇ ਗੁਰਮੁਖੋ, ਆਪਾਂ ਇਹ ਸੋਚਦੇ ਆ ਕਿ ਅਸੀਂ ਪਾਠ ਕਰ ਲਿਆ, ਸਾਡੀ ਮਾਲਕ ਦੇ ਦਰ ਤੇ ਹਾਜ਼ਰੀ ਲੱਗ ਗਈ। ਨਹੀਂ ਗੁਰਮੁਖੋ, ਮਹਾਰਾਜ ਜੋ ਆਪਾਂ ਨੂੰ ਕਹਿ ਰਿਹਾ, ਜੇ ਸਾਨੂੰ ਇਹ ਨਿਸ਼ਾਨੀਆਂ ਨਹੀਂ ਪ੍ਰਗਟ ਹੋਈਆਂ, ਜੇ ਆਪਾਂ ਨੂੰ ਹਰ ਰਸ ਨਹੀਂ ਆਇਆ, ਨਾਮ ਰਸ ਨਹੀਂ ਆਇਆ, ਉਹ ਨਾਮ ਮਾਲਕ ਦਾ ਨਹੀਂ ਮਿਲਿਆ, ਅਸੀਂ ਭਾਗਾਂ ਤੋਂ ਹੀਣੇ ਆ। ਤੇ ਜਦੋਂ ਆਪਾਂ ਸਰੀਰ ਛੱਡ ਕੇ ਜਾਵਾਂਗੇ ਫਿਰ ਆਪਾਂ ਜਮਾਂ ਦੇ ਪਾਸ ਜਾਵਾਂਗੇ। ਜਮਾਂ ਦੀ ਮਾਰ ਤੋਂ ਆਪਾਂ ਬਚਾਂਗੇ ਨਹੀਂ, ਭਾਵੇਂ ਆਪਾਂ ਜਿੰਨਾ ਮਰਜ਼ੀ ਪਾਠ ਕਰੀ ਜਾਈਏ, ਕਿਉਂਕਿ ਆਪਾਂ ਨੂੰ ਇਹ ਸਮਝ ਤਾਂ ਨਹੀਂ ਆਈ, ਕਿਉਂਕਿ ਆਪਾਂ ਜੁਗਤੀ ਸਿੱਖੀ ਨਹੀਂ। ਅਸੀਂ ਉਹ ਵਿਧੀ ਨਹੀਂ ਸਿੱਖੀ ਜਿਸ ਵਿਧੀ ਦੇ ਨਾਲ ਉਸ ਮਾਲਕ ਨੂੰ ਮਿਲਿਆ ਜਾ ਸਕਦਾ ਸੀ। ਤੇ ਗੁਰਮੁਖ ਪਿਆਰੋ, ਆਪਾਂ ਨੂੰ ਵਿਧੀ ਤਰੀਕਾ ਸਿੱਖਣਾ ਪਏਗਾ, ਫਿਰ ਅਸੀਂ ਉਸ ਮਾਲਕ ਨੂੰ ਮਿਲ ਸਕਦੇ ਹਾਂ। ਤੇ ਉਹ ਵਿਧੀ ਤਰੀਕਾ ਕਿੱਥੋਂ ਸਿੱਖਣਾ ਹੈ? ਅਸੀਂ ਕਿਤੋਂ ਬਾਹਰੋਂ ਨਹੀਂ ਸਿੱਖਣਾ, ਅਸੀਂ ਕਿਸੇ ਇਨਸਾਨ ਕੋਲ ਨਹੀਂ ਸਿੱਖਣਾ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕੋਲ ਆਪਾਂ ਇਹ ਤਰੀਕਾ ਸਿੱਖਣਾ ਹੈ। ਮਹਾਰਾਜ ਆਪਾਂ ਨੂੰ ਤਰੀਕਾ ਦੱਸਦੇ ਆ ਕਿ ਇਹ ਜਿਹੜੀਆਂ ਤੁਹਾਨੂੰ ਨਿਸ਼ਾਨੀਆਂ ਦੱਸੀਆਂ ਨੇ, ਜੇ ਤੁਸੀਂ ਇਸ ਨਿਸ਼ਾਨੀਆਂ ਤੁਹਾਨੂੰ ਪ੍ਰਗਟ ਨੇ, ਫਿਰ ਤੁਸੀਂ ਸਹੀ ਚੱਲ ਰਹੇ ਹੋ। ਜੇ ਤੁਹਾਨੂੰ ਕੋਈ ਰਸਤੇ ਦੇ ਉੱਪਰ ਚੱਲਦਿਆਂ ਕੋਈ ਨਿਸ਼ਾਨੀ ਪ੍ਰਗਟ ਨਹੀਂ ਹੋਈ, ਕੋਈ ਤੁਹਾਨੂੰ ਰਸਤੇ ਦੇ ਵਿੱਚ ਕੋਈ ਐਸੀ ਚੀਜ਼ ਨਹੀਂ ਮਿਲੀ ਜੋ ਮਾਲਕ ਦੇ ਨਾਲ ਜੁੜੀ ਹੋਵੇ, ਤੇ ਫਿਰ ਗੁਰਮੁਖੋ, ਫਿਰ ਆਪਾਂ ਨੂੰ ਮਹਾਰਾਜ ਕਹਿੰਦੇ ਕਿ ਤੁਸੀਂ ਰਸਤੇ ਦੇ ਉੱਪਰ ਸਹੀ ਢੰਗ ਨਾਲ ਤੁਰ ਨਹੀਂ ਰਹੇ। ਤੁਸੀਂ ਲੋਕ ਦਿਖਾਵਾ ਕਰ ਰਹੇ ਹੋ, ਲੇਕਿਨ ਰਸਤੇ ਦੇ ਉੱਪਰ ਚੱਲ ਨਹੀਂ ਰਹੇ। ਤੇ ਗੁਰਮੁਖ ਪਿਆਰੋ, ਆਪਾਂ ਨੂੰ ਇਹ ਸੋਚਣ ਦੀ ਗੱਲ ਹੈ, ਆਪਣੇ ਮਨ ਦੇ ਵਿੱਚ ਝਾਤ ਮਾਰਨ ਦੀ ਗੱਲ ਹੈ ਕਿ ਅਸੀਂ ਉਸ ਮਾਲਕ ਦੇ ਨਾਲ ਕਿਉਂ ਨਹੀਂ ਤੁਰੇ, ਉਸ ਮਾਲਕ ਦੇ ਨਾਲ ਆਪਾਂ ਮਿਲੇ ਕਿਉਂ ਨਹੀਂ। ਤੁਰੇ ਤੇ ਸਹੀ ਸੀ, ਸਾਨੂੰ ਤੇ 10 ਸਾਲ ਹੋ ਗਿਆ ਤੁਰਿਆਂ ਨੂੰ, ਸਾਨੂੰ 20 ਸਾਲ ਹੋ ਗਿਆ ਤੁਰਿਆਂ ਨੂੰ, ਲੇਕਿਨ ਅਸੀਂ ਕਿਸੇ ਰਸਤੇ ਦੇ ਉੱਪਰ ਪਹੁੰਚੇ ਕਿਉਂ ਨਹੀਂ। ਗੁਰਮੁਖੋ, ਇਹ ਆਪਾਂ ਨੂੰ ਸੋਚਣ ਦੀ ਗੱਲ ਹੈ। ਆਪਾਂ ਨੂੰ ਸੋਚਣਾ ਪਏਗਾ ਕਿ ਅਸੀਂ ਜੇ 20 ਸਾਲ ਬਰਬਾਦ ਕੀਤੇ ਹੈ ਤੇ ਮਾਲਕ ਦੇ ਸਾਨੂੰ ਫਿਰ ਕੋਈ ਨਿਸ਼ਾਨੀ ਪ੍ਰਗਟ ਕਿਉਂ ਨਹੀਂ ਹੋਈ। ਕਿਉਂਕਿ ਅਸੀਂ ਇਹ ਨਹੀਂ ਸੋਚਦੇ, ਅਸੀਂ ਸੋਚਦੇ ਹਾਂ ਕਿ ਅਸੀਂ ਪਾਠ ਕਰਨਾ ਸੀ, ਕਰ ਲਿਆ, ਆਪਾਂ ਸਵੇਰੇ ਨਿਤਨੇਮ ਕਰਨਾ ਸੀ, ਕਰ ਲਿਆ, ਸ਼ਾਮ ਦਾ ਕਰਨਾ ਸੀ, ਕਰ ਲਿਆ, ਇਸ ਤੋਂ ਅੱਗੇ ਆਪਾਂ ਨੂੰ ਕੋਈ ਪਤਾ ਨਹੀਂ। ਇਸ ਤੋਂ ਅੱਗੇ ਦੀਆਂ ਨਿਸ਼ਾਨੀਆਂ ਆਪਾਂ ਨੂੰ ਕੋਈ ਪਤਾ ਨਹੀਂ ਜੋ ਮਹਾਰਾਜ ਆਪਾਂ ਨੂੰ ਦੱਸ ਰਹੇ ਨੇ। ਮਹਾਰਾਜ ਕਹਿੰਦੇ ਇਸ ਸੰਸਾਰ ਦੇ ਵਿੱਚ ਤੂੰ ਰਹੇਗਾ, ਕਾਲ ਦੇ ਇਲਾਕੇ ਦੇ ਵਿੱਚ ਰਹੇਗਾ, ਤੇ ਜਿੰਨਾ ਚਿਰ ਤੂੰ ਕਾਲ ਦੇ ਇਲਾਕੇ ਦੇ ਵਿੱਚ ਰਹੇਗਾ ਉਹਨਾਂ ਚਿਰ ਮਾਲਕ ਨੂੰ ਨਹੀਂ ਮਿਲ ਸਕਦਾ। ਉਸ ਮਾਲਕ ਨੂੰ ਮਿਲਣ ਵਾਸਤੇ ਗੁਰਮੁਖ ਪਿਆਰਿਓ, ਸਾਨੂੰ ਇਹ ਕਾਲ ਦਾ ਦੇਸ਼ ਛੱਡਣਾ ਪਏਗਾ। ਸਾਨੂੰ ਇਹ 9 ਦੁਆਰੇ ਛੱਡ ਕੇ 10ਵੇਂ ਘਰ ਦੇ ਵਿੱਚ ਜਾਣਾ ਪਏਗਾ, ਫਿਰ ਅਸੀਂ ਉਸ ਮਾਲਕ ਨੂੰ ਮਿਲ ਸਕਦੇ ਹਾਂ। ਨਹੀਂ ਤੇ ਅਸੀਂ 9 ਦੁਆਰਿਆਂ ਦੇ ਵਿੱਚ ਫਸ ਕੇ ਰਹਿ ਜਾਵਾਂਗੇ। ਅਸੀਂ ਸਾਰੀ ਜ਼ਿੰਦਗੀ 9 ਦੁਆਰਿਆਂ ਦੇ ਵਿੱਚ ਕੱਢ ਛੱਡਣੀ ਹੈ, ਲੇਕਿਨ ਸਾਨੂੰ ਮਾਲਕ ਦਾ ਭੇਦ ਨਹੀਂ ਆਉਣਾ, ਉਸ ਨਿਰੰਕਾਰ ਦਾ ਭੇਦ ਨਹੀਂ ਆਉਣਾ ਜਿਸ ਨੇ ਸਾਨੂੰ ਇਸ ਸੰਸਾਰ ਦੇ ਉੱਪਰ ਖੇਲ ਖੇਲਣ ਵਾਸਤੇ ਭੇਜਿਆ ਸੀ ਕਿ ਤੁਸੀਂ ਇਹ ਖੇਲ ਖੇਲਣਾ ਹੈ ਕਿ ਤੁਸੀਂ ਇਸ ਸੰਸਾਰ ਦੇ ਵਿੱਚ ਰਹਿ ਕੇ ਮੇਰੇ ਤੱਕ ਪਹੁੰਚ ਕਰਨੀ ਹੈ, ਮੈਨੂੰ ਤੁਸੀਂ ਮਿਲਣਾ ਹੈ। ਤੇ ਗੁਰਮੁਖ ਪਿਆਰੋ, ਅਸੀਂ ਇਸ ਖੇਲ ਨੂੰ ਨਾ ਸਿੱਖਿਆ ਹੈ, ਨਾ ਜਾਣਿਆ ਹੈ, ਆਪਣੀ ਮੱਤ ਦੇ ਮੁਤਾਬਕ ਅਸੀਂ ਜੋ ਵੀ ਕਰਮ ਹੈ ਉਹ ਕਰ ਰਹੇ ਹਾਂ। ਮਹਾਰਾਜ ਕਹਿੰਦੇ ਜੇ ਤੂੰ ਆਪਣੀ ਮੱਤ ਦੇ ਨਾਲ ਉਸ ਪ੍ਰਭੂ ਨੂੰ ਨਹੀਂ ਮਿਲ ਸਕਦਾ, ਉਸ ਅਕਾਲ ਪੁਰਖ ਵਾਹਿਗੁਰੂ ਆਪਣੀ ਮੱਤ ਦੇ ਨਾਲ ਨਹੀਂ ਮਿਲ ਸਕਦਾ, ਤੇ ਤੂੰ ਆਪਣੀ ਮੱਤ ਛੱਡ ਕਿਉਂ ਨਹੀਂ ਦਿੰਦਾ। ਮਹਾਰਾਜ ਆਪਾਂ ਨੂੰ ਗੁਰਬਾਣੀ ਵਿੱਚ ਗਿਆਨ ਦਿੰਦੇ ਆ। ਮਹਾਰਾਜ ਕਹਿੰਦੇ ਕਿ ਹਰ ਸੱਚੇ ਪਾਤਸ਼ਾਹ ਆਪਾਂ ਨੂੰ ਗੁਰਬਾਣੀ ਵਿੱਚ ਗਿਆਨ ਦਿੰਦੇ ਆ, ਕਹਿੰਦੇ ਮਨ ਕੀ ਮੱਤ ਤਿਆਗੋ ਹਰ ਜਨ। ਮਹਾਰਾਜ ਕਹਿੰਦੇ ਜੇ ਤੂੰ ਆਪਣੀ ਮੱਤ ਦੇ ਨਾਲ ਉਸ ਮਾਲਕ ਨੂੰ ਨਹੀਂ ਮਿਲ ਸਕਦਾ ਤੇ ਆਪਣੀ ਮੱਤ ਛੱਡ ਦੇ, ਤੇ ਫਿਰ ਕਿਹਦੀ ਮੱਤ ਲਈਏ ਅਸੀਂ। ਮਹਾਰਾਜ ਕਹਿੰਦੇ ਗੁਰ ਕੀ ਮੱਤ ਤੂੰ ਲੈ ਆਨੇ, ਭਗਤ ਬਿਨਾ ਬੋ ਡੂਬੇ ਸਿਆਣੇ। ਮਹਾਰਾਜ ਕਹਿੰਦੇ ਜੇ ਤੂੰ ਆਪਣੀ ਮੱਤ ਦੇ ਨਾਲ ਉਸ ਮਾਲਕ ਨੂੰ ਨਹੀਂ ਮਿਲ ਸਕਦਾ ਤੇ ਤੂੰ ਗੁਰੂ ਦੀ ਮੱਤ ਲੈ ਲੈ। ਜੋ ਤੈਨੂੰ ਗੁਰੂ ਕਹਿ ਰਿਹਾ ਤੂੰ ਗੁਰੂ ਦੀ ਮੱਤ ਤੇ ਚੱਲ। ਤੇ
ਗੁਰੂ ਦੀ ਮੱਤ ਦੇ ਚੱਲ ਕੇ ਭਗਤੀ ਕਰ। ਜੇ ਤੂੰ ਭਗਤੀ ਨਹੀਂ ਕਰੇਗਾ ਤੇ ਬੜੇ ਬੜੇ ਆਪਣੇ ਆਪ ਨੂੰ ਸਿਆਣੇ ਕਹਾਉਣ ਵਾਲੇ ਉਹ ਸਭ ਖਾਲੀ ਹੱਥੀ ਇਸ ਸੰਸਾਰ ਦੇ ਉੱਪਰੋਂ ਗਏ ਨੇ। ਜਿਵੇਂ ਉਹ ਸੰਸਾਰ ਦੇ ਉੱਪਰੋਂ ਖਾਲੀ ਹੱਥੀ ਗਏ ਨੇ, ਉਵੇਂ ਤੂੰ ਵੀ ਇਸ ਸੰਸਾਰ ਦੇ ਉੱਪਰੋਂ ਖਾਲੀ ਹੱਥ ਜਾਏਗਾ। ਕਿਉਂਕਿ ਗੁਰਮੁਖੋ ਅਸੀਂ ਇਸ ਸੰਸਾਰ ਦੇ ਉੱਪਰ ਆਏ ਸੀ ਨਾਮ ਦਾ ਧਨ ਖੱਟਣ ਵਾਸਤੇ। ਉਸ ਨਾਮ ਦੇ ਧਨ ਨੂੰ ਖੱਟਣਾ ਸੀ ਅਸੀਂ, ਲੇਕਿਨ ਸਾਨੂੰ ਨਾਮ ਦਾ ਹੀ ਨਹੀਂ ਪਤਾ ਚੱਲਿਆ ਅਸੀਂ ਧਨ ਕੀ ਖੱਟਣਾ ਸੀ। ਅਸੀਂ ਇਹਨਾਂ 9 ਦੁਆਰਿਆਂ ਤੋਂ ਉੱਪਰ ਉੱਠ ਹੀ ਨਹੀਂ ਸਕੇ। ਜਿੰਨਾ ਚਿਰ ਅਸੀਂ 9 ਦੁਆਰਿਆਂ ਤੋਂ ਉੱਪਰ ਨਹੀਂ ਉੱਠਦੇ, ਉਹਨਾਂ ਚਿਰ ਸਾਨੂੰ ਪਰਮਾਤਮਾ ਦੇ ਘਰ ਦਾ ਗਿਆਨ ਨਹੀਂ ਆਏਗਾ। ਉਹਨਾਂ ਚਿਰ ਅਸੀਂ ਇਸ ਸੰਸਾਰ ਦੇ ਵਿੱਚ ਭਟਕਦੇ ਫਿਰਾਂਗੇ, ਜੂਨਾਂ ਦੇ ਵਿੱਚ ਬਾਰ-ਬਾਰ ਆਉਂਦੇ ਜਾਂਦੇ ਰਹਾਂਗੇ। ਤੇ ਗੁਰਮੁਖ ਪਿਆਰਿਓ, ਆਪਾਂ ਸਾਰੇ ਜੀਵ ਉਸ ਮਾਲਕ ਦੇ ਚਰਨੀ ਲੱਗੀਏ, ਉਸ ਮਾਲਕ ਦੀ ਅਸੀਂ ਭਗਤੀ ਕਰੀਏ, ਆਰਾਧਨਾ ਕਰੀਏ ਔਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛੀਏ, ਮਹਾਰਾਜ ਵੀ ਅਸੀਂ 9 ਦਰਵਾਜ਼ਿਆਂ ਤੋਂ 9 ਦਰਾਂ ਤੋਂ ਕਿਵੇਂ ਉੱਪਰ ਉੱਠਣਾ ਹੈ ਔਰ 10ਵੇਂ ਘਰ ਦੇ ਵਿੱਚ ਕਿਵੇਂ ਜਾਣਾ ਹੈ। ਇਹ ਆਪਾਂ ਵਿਧੀ ਸਿੱਖੀਏ, ਤਰੀਕਾ ਸਿੱਖੀਏ ਮਾਲਕ ਨੂੰ ਮਿਲਣ ਦਾ, ਤੇ ਗੁਰਮੁਖੋ ਫਿਰ ਅਸੀਂ ਉਸ ਮਾਲਕ ਨੂੰ ਮਿਲ ਸਕਦੇ ਹਾਂ। ਫਿਰ ਅਸੀਂ ਉਸ ਮਾਲਕ ਦੇ ਨਾਲ ਆਪਣਾ ਮਿਲਾਪ ਕਰ ਸਕਦੇ ਹਾਂ। ਨਹੀਂ ਤੇ ਗੁਰਮੁਖੋ ਅਸੀਂ ਉਸ ਮਾਲਕ ਦੇ ਨਾਲ ਆਪਣਾ ਮਿਲਾਪ ਨਹੀਂ ਕਰ ਸਕਦੇ। ਤੇ ਗੁਰਮੁਖ ਪਿਆਰਿਓ, ਸਾਰੇ ਜੀਵ ਇਹ ਵਿਧੀ ਤਰੀਕੇ ਨੂੰ ਸਿੱਖੀਏ ਆਪਾਂ ਔਰ ਉਸ ਮਾਲਕ ਨੂੰ ਮਿਲਣ ਦਾ ਤਰੀਕਾ ਸਿੱਖੀਏ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਕੋਲੋਂ, ਤੇ ਫਿਰ ਅਸੀਂ ਉਸ ਮਾਲਕ ਨੂੰ ਮਿਲ ਸਕਦੇ ਹਾਂ। ਜੇ ਕੋਈ ਗੁਰਮੁਖ ਮਿਲਣਾ ਚਾਹਵੇ ਤਾਂ, ਕਿਉਂਕਿ ਜ਼ਿਆਦਾਤਰ ਲੋਕ ਮਿਲਣਾ ਨਹੀਂ ਚਾਹੁੰਦੇ, ਕਿਉਂਕਿ ਇਹ ਜਿਹੜਾ ਮਾਰਗ ਹੈ ਇਹ ਸੱਚ ਦਾ ਮਾਰਗ ਹੈ, ਤੇ ਸੱਚ ਦੇ ਮਾਰਗ ਦੇ ਬਹੁਤ ਬਿਰਲੇ ਜੀਵ ਤੁਰਦੇ ਨੇ। ਮਹਾਰਾਜ ਕਹਿੰਦੇ ਨੇ ਕਿ ਇਸ ਸੱਚ ਦੇ ਮਾਰਗ ਦੇ ਉੱਪਰ ਤੁਰਨਾ ਇਸ ਤਰ੍ਹਾਂ ਹੈ ਜਿਵੇਂ ਕਿਸੇ ਨੰਗੀ ਤਲਵਾਰ ਦੇ ਉੱਪਰ ਤੁਰਨਾ। ਜਿਵੇਂ ਕਿਸੇ ਤੇਜ਼ ਤਲਵਾਰ ਦੇ ਉੱਪਰ ਤੁਰਨਾ, ਸੱਚ ਦੇ ਮਾਰਗ ਤੇ ਤੁਰਨਾ ਇੰਨਾ ਮੁਸ਼ਕਿਲ ਹੈ, ਇੰਨਾ ਔਖਾ ਹੈ ਸੱਚ ਦੇ ਉੱਪਰ ਤੁਰਨਾ। ਤੇ ਗੁਰਮੁਖ ਪਿਆਰਿਓ, ਮਹਾਰਾਜ ਨੇ ਇਹ ਮਾਰਗ ਸੰਤਾਂ ਵਾਸਤੇ ਕਿਹਾ ਹੈ। ਮਹਾਰਾਜ ਕਹਿੰਦੇ ਨੇ ਸੰਤ ਕਾ ਮਾਰਗ ਧਰਮ ਕੀ ਪੌੜੀ। ਇਹ ਸੰਤਾਂ ਦਾ ਮਾਰਗ ਹੈ। ਤੇ ਇੱਥੇ ਉਹੀ ਜੀਵ ਤੁਰ ਸਕਦਾ ਹੈ ਜਿਹੜਾ ਆਪਣੇ ਆਪ ਨੂੰ ਮਾਰ ਦੇਵੇ, ਆਪਣੀ ਮੈਂ ਨੂੰ ਮਾਰ ਕੇ ਤੁਰੇਗਾ, ਫਿਰ ਇਸ ਮਾਰਗ ਦੇ ਉੱਪਰ ਤੁਰ ਸਕਦਾ ਹੈ। ਤੇ ਗੁਰਮੁਖ ਪਿਆਰਿਓ, ਆਪਾਂ ਵੀ ਸਾਰੇ ਜੀਵ ਇਸ ਮਾਰਗ ਦੇ ਉੱਪਰ ਤੁਰੀਏ, ਕਿਉਂਕਿ ਸਾਡੇ ਨਾਲ ਕੁਝ ਜਾਣਾ ਨਹੀਂ। ਇਹ ਨਾਮ ਤੋਂ ਬਗੈਰ ਸਾਡੇ ਨਾਲ ਕੁਝ ਨਹੀਂ ਜਾਣਾ। ਜੇ ਕੁਝ ਇਸ ਸੰਸਾਰ ਦੇ ਉੱਪਰੋਂ ਆਪਾਂ ਖੜਨਾ ਹੈ, ਇਹ ਨਾਮ ਨੂੰ ਖੜ ਸਕਦੇ ਹਾਂ, ਜਾਂ ਫਿਰ ਆਪਣੇ ਕੀਤੇ ਹੋਏ ਗੁਨਾਹਾਂ ਨੂੰ ਨਾਲ ਲੈ ਕੇ ਜਾਵਾਂਗੇ। ਤੇ ਇਸ ਕਰਕੇ ਗੁਰਮੁਖ ਪਿਆਰੋ, ਆਪਣੇ ਮਨ ਦੀ ਮੱਤ ਛੱਡੀਏ ਤੇ ਗੁਰੂ ਦੀ ਮੱਤ ਲਈਏ, ਔਰ ਗੁਰੂ ਦੀ ਮੱਤ ਲੈ ਕੇ ਆਪਾਂ ਉਸ ਪਰਮਾਤਮਾ ਦੇ ਨਾਲ ਇੱਕਮਿਕ ਹੋਈਏ ਜਿਸ ਪਰਮਾਤਮਾ ਨੇ ਸਾਨੂੰ ਇਹ ਸਰੀਰ ਦਿੱਤਾ ਹੈ, ਇਹ ਕਾਇਆ ਦਿੱਤੀ ਹੈ ਕਿ ਇਸ ਕਾਇਆ ਦੇ ਵਿੱਚ ਰਹਿ ਕੇ ਤੂੰ ਮੇਰੇ ਤੱਕ ਮਿਲਾਪ ਕਰ, ਮੈਨੂੰ ਮਿਲ, ਤੇਰਾ ਆਣ ਜਾਣ ਦਾ ਜਿਹੜਾ ਚੱਕਰ ਹੈ ਉਹ ਖਤਮ ਹੋ ਜਾਵੇ। ਤੇ ਗੁਰਮੁਖ ਪਿਆਰਿਓ, ਇੰਨੀਆਂ ਹੀ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਵਿਚਾਰ ਕਰਦਿਆਂ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਨੇ। ਆਪ ਰੱਬ ਰੂਪ ਸੰਗਤ ਔਰ ਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।